ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਜਲੰਧਰ ਦੀਆਂ ਜਿਮਨੀ ਚੋਣ ਦੀਆਂ ਵੋਟਾਂ ਪੈ ਰਹੀਆਂ ਨੇ ਤੇ 1 ਵਜੇ ਤੱਕ ਜੋ ਅੰਕੜੇ ਆਏ ਨੇ ਪਤਾ ਲੱਗਾ ਕਿ 30.93% ਲਗਭਗ 31% ਵੋਟਾਂ ਪੈ ਚੁੱਕੀਆਂ ਨੇ। ਇਸੇ ਤਰ੍ਹਾਂ ਕਰਨਾਟਕਾ ਅਸੈਂਬਲੀ ਦੀਆਂ ਉੱਥੋਂ ਦੀਆਂ ਵਿਧਾਨ ਸਭਾ ਦੀਆਂ ਵੀ ਚੋਣਾਂ ਅੱਜ ਹੋ ਰਹੀਆਂ ਨੇ। ਸਾਰੇ ਮੁਲਕ ਦੀਆਂ ਨਜ਼ਰ ਉੱਥੇ ਵੀ ਆ। ਉੱਥੇ ਲਗਭਗ 37.75% ਵੋਟਾਂ ਪੈ ਚੁੱਕੀਆਂ ਨੇ। ਪਰ ਨਾਲ ਦੀ ਨਾਲ ਅੱਜ ਕਾਂਗਰਸ ਦੀ ਕੈਂਡੀਡੇਟ ਕਰਮਜੀਤ ਕੌਰ ਜਲੰਧਰ ਦੀ ਜ਼ਿਮਨੀ ਚੋਣ ਲੜ ਰਹੇ ਆ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੁਪਹਿਰੇ ਇੱਕ ਕੰਪਲੇਂਟ ਕਰਤੀ ਆ। ਉਹ ਕੰਪਲੇਂਟ ਕੀਤੀ ਆ ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਰਾਜੀਵ ਕੁਮਾਰ ਨੂੰ, ਔਰ ਕਿਹਾ ਉਹਦੇ ਵਿੱਚ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੇ ਹਲਕੇ ਜਲੰਧਰ ਦੇ ਵਿੱਚ ਬਾਹਰੋਂ ਲਿਆ ਕੇ ਵਿਅਕਤੀ ਬਿਠਾਏ ਹੋਏ ਆ ਔਰ ਉਹਨਾਂ ਦੇ ਦੁਆਰਾ ਧਾਂਦਲੀਆਂ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਇਹਨਾਂ ਦੀ ਉਮੀਦਵਾਰੀ ਇਮੀਡੀਏਟਲੀ ਰੱਦ ਕੀਤੀ ਜਾਵੇ। ਪ੍ਰੈਸ ਕਾਉਂਸਲ ਆਫ ਇੰਡੀਆ ਨੇ ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ, ਇਸੇ ਤਰ੍ਹਾਂ ਹੋਮ ਸੈਕਟਰੀ ਅਨੁਰਾਗ ਵਰਮਾ, ਪੰਜਾਬ ਦੇ ਆਫੀਸ਼ੀਏਟਿੰਗ DGP ਗੌਰਵ ਯਾਦਵ ਤੇ ਇਸੇ ਤਰ੍ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਇਹਨਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਇਹਨਾਂ ਤੋਂ ਪੁੱਛਿਆ ਕਿ 2 ਹਫ਼ਤਿਆਂ ਦੇ ਵਿੱਚ ਜਵਾਬ ਦਿਓ ਕਿ ਤੁਸੀਂ ਟਾਈਮਜ਼ ਨਾਓ ਦੀ ਪੱਤਰਕਾਰ ਭਾਵਨਾ ਕਿਸ਼ੋਰ ਗੁਪਤਾ ਨੂੰ ਉਸ ਦੀ ਡਿਊਟੀ ਕਰਨ ਤੋਂ ਕਿਉਂ ਰੋਕਿਆ, ਉਸ ਨੂੰ ਕਿਉਂ ਗ੍ਰਿਫਤਾਰ ਕੀਤਾ, ਇਸ ਤਰ੍ਹਾਂ ਦੀ ਕਿਹੜੀ ਐਮਰਜੈਂਸੀ ਆ ਗਈ ਸੀ। ਦੇਖਦੇ ਹਾਂ ਕੀ ਜਵਾਬ ਦਿੰਦੇ ਆ। ਦੀ ਲੈਂਸਟ ਇੱਕ ਮੈਡੀਕਲ ਜਰਨਲ ਆ, ਇੰਗਲੈਂਡ ਦੇ ਵਿੱਚੋਂ ਛਪਦਾ ਉਹ, ਵੈਸੇ ਉਹਦੇ ਲੰਡਨ, ਨਿਊਯਾਰਕ, ਬੀਜਿੰਗ ਦੇ ਵਿੱਚ ਹੈੱਡਕੁਆਟਰਸ ਆ। ਉਸ ਨੇ ਇੱਕ ਐਡੀਟੋਰੀਅਲ ਕੀਤਾ ਭਾਰਤ ਦੇ ਉੱਤੇ। ਉਹ ਕਹਿੰਦੇ ਭਾਰਤ ਨੇ ਆਪਣੇ ਅੰਕੜੇ ਲੁਕੋਏ ਆ। COVID-19 ਵਾਇਰਸ ਦੇ ਦੌਰਾਨ ਜਿੰਨੀਆਂ ਮੌਤਾਂ ਹੋਈਆਂ ਉਸ ਤੋਂ ਕਿਤੇ ਵੱਧ ਮੌਤਾਂ ਐਕਚੁਅਲੀ ਹੋਈਆਂ, ਪਰ ਭਾਰਤ ਨੇ ਸਹੀ ਅੰਕੜੇ ਨਹੀਂ ਦੱਸੇ। ਕਿੰਨੇ ਅੰਕੜੇ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਉद्धਵ ਠਾਕਰੇ ਦੀ ਸ਼ਿਵ ਸੈਨਾ, ਇਹਨਾਂ ਦਾ ਇੱਕ ਆਪਣਾ ਮਾਊਥਪੀਸ ਆ, ਇੱਕ ਅਖਬਾਰ ਆ ਮਰਾਠੀ ਦੇ ਵਿੱਚ ਛਪਦਾ। ਉਸ ਨੇ ਇੱਕ ਸੰਪਾਦਕੀ ਲਿਖੀ ਆ। ਕਹਿੰਦੇ ਗੁਜਰਾਤ ਦੇ ਵਿੱਚ ਪਿਛਲੇ 5 ਸਾਲਾਂ ਦੌਰਾਨ 40,000 ਔਰਤਾਂ ਗਾਇਬ ਹੋ ਗਈਆਂ, ਅਲੋਪ ਹੋ ਗਈਆਂ ਤੇ ਪੁਲਿਸ ਉੱਥੋਂ ਦੀ ਪਤਾ ਲਾਉਣ 'ਚ ਨਾਕਾਮਯਾਬ ਆ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਹਰ ਰੋਜ਼ 50 ਔਰਤਾਂ ਗਾਇਬ ਹੁੰਦੀਆਂ ਨੇ, ਪਰ ਪੁਲਿਸ ਕੁਝ ਕਰ ਨਹੀਂ ਰਹੀ। ਔਰ ਦੋਨੇ ਪਾਸੇ ਗੁਜਰਾਤ ਦੇ ਵਿੱਚ ਵੀ ਤੇ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਕੀ ਕਾਰਨ ਹੈ ਇਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਰਮਜੀਤ ਕੌਰ ਨੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਇਮੀਡੀਏਟਲੀ ਤੁਰੰਤ ਪ੍ਰਭਾਵ ਦੇ ਨਾਲ ਇੱਕ ਚਿੱਠੀ ਕੱਢੀ ਆ ਔਰ ਉਸ ਵਿੱਚ ਮੰਗ ਕੀਤੀ ਆ ਕਿ ਸੁਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਹੁਣ ਕੈਂਡੀਡੇਟ ਨੇ, ਕਹਿੰਦੇ ਇਹਨਾਂ ਦੀ ਉਮੀਦਵਾਰੀ ਬਰਖਾਸਤ ਕੀਤੀ ਜਾਵੇ, ਰੱਦ ਕੀਤੀ ਜਾਵੇ। ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਾਹਰੋਂ ਲਿਆ ਕੇ ਇੱਥੇ ਬਹੁਤ ਸਾਰੇ ਵਿਅਕਤੀਆਂ ਨੂੰ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਉਹ ਸਾਰੇ ਵਿਅਕਤੀਆਂ ਨੂੰ ਇੱਥੇ ਲਗਾ ਦਿੱਤਾ, ਜਦ ਕਿ ਮਾਡਲ ਕੋਡ ਆਫ ਕੰਡਕਟ ਇਹ ਕਹਿੰਦਾ ਕਿ ਜਿਸ ਦਿਨ ਪ੍ਰਚਾਰ ਖਤਮ ਹੁੰਦਾ ਸ਼ਾਮ ਨੂੰ 6 ਵਜੇ 8 ਤਰੀਕ ਦੀ ਸ਼ਾਮ ਨੂੰ 6 ਵਜੇ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਨਹੀਂ ਸੀ ਰਹਿਣਾ ਚਾਹੀਦਾ। ਔਰ ਇਸ ਗੱਲ ਨੂੰ ਯਕੀਨੀ ਕਿਹਨੇ ਬਣਾਉਣਾ ਸੀ? ਇਸ ਗੱਲ ਨੂੰ ਯਕੀਨੀ ਬਣਾਉਣਾ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰਿਪਰੈਜ਼ੈਂਟੇਟਿਵਸ ਨੇ ਤੇ ਜਾਂ ਉੱਥੋਂ ਦੀ ਲੋਕਲ ਪੁਲਿਸ ਨੇ। ਉੱਥੇ ਜਿੰਨੀਆਂ ਵੀ ਸਿਕਿਉਰਿਟੀ ਏਜੰਸੀਜ਼ ਨੇ ਜਾਂ ਅਫਸਰਾਂ ਨੇ ਆਪਸ ਦੇ ਵਿੱਚ ਕੋਆਰਡੀਨੇਟ ਕਰਕੇ ਇਹ ਦੇਖਣਾ ਸੀ ਕਿ ਕੀ ਕੋਈ ਬਾਹਰਲਾ ਵਿਅਕਤੀ ਤਾਂ ਨਹੀਂ ਹੈ। ਪਰ ਹੁਣ ਇਕੱਲੇ ਇਹਨਾਂ ਨੇ ਨਹੀਂ ਇਲਜ਼ਾਮ ਲਾਇਆ। ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੇ ਵੀ ਜਾ ਕੇ, ਤੁਸੀਂ ਦੇਖ ਸਕਦੇ ਹੋ ਆਪ ਖੁਦ, ਉਹ ਜਾ ਕੇ ਪੁੱਛ ਰਹੇ ਨੇ। ਕਹਿੰਦੇ ਬੂਥ ਲੈਵਲ ਤੇ ਜਦੋਂ ਪਹੁੰਚੇ ਇੱਕ ਆਮ ਆਦਮੀ ਪਾਰਟੀ ਦੇ, ਕਹਿੰਦੇ ਆਪਣੇ ਆਈਡੈਂਟੀਟੀ ਕਾਰਡਸ ਦਿਖਾਓ। ਤੁਸੀਂ ਕਿੱਥੋਂ ਭਾਜੀ? ਤੁਸੀਂ ਕਿੱਥੋਂ? ਆਪਣਾ ਆਈਡੀ ਕਾਰਡ ਦਿਖਾਓ ਕਿੱਥੋਂ ਦੇ। ਲਿਆਓ ਦਿਖਾਓ। ਆ ਦੇਖੋ ਜੀ, ਬਾਹਰੋਂ ਬੰਦੇ ਆਏ ਆ, ਜਦ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੋਈ ਬੰਦਾ ਬਾਹਰੋਂ ਨਹੀਂ ਆ ਸਕਦਾ। ਸਾਬਕਾ MLA ਨੇ, ਕਿਸੇ ਕੋਲ ਕੋਈ ਕਾਰਡ ਨਹੀਂ ਸੀ। ਕੋਈ ਅਟਾਰੀ ਤੋਂ ਆਇਆ ਹੋਇਆ ਸੀ, ਕੋਈ ਲੁਧਿਆਣੇ ਤੋਂ ਆਇਆ ਹੋਇਆ ਸੀ ਤੇ ਕੋਈ ਬਠਿੰਡੇ ਤੋਂ ਆਇਆ ਹੋਇਆ ਸੀ। ਇਹ ਸਾਰਾ ਕੁਝ ਦੇਖ ਕੇ ਉਹ ਖੁਦ ਵੀ ਹੈਰਾਨ ਹੋ ਗਏ। ਕਹਿੰਦੇ ਇਹ ਹੋ ਕੀ ਰਿਹਾ? ਪੋਲਿੰਗ ਬੂਥ, ਪਾਰਟੀ ਪੋਲਿੰਗ ਬੂਥ ਤੇ ਕੋਈ ਵੀ ਆਊਟਸਾਈਡਰ ਜਾਂ ਕਿਸੇ ਹੋਰ ਪਿੰਡ ਦਾ ਵਿਅਕਤੀ ਪਾਇਆ ਗਿਆ ਜਾਂ ਆਊਟਸਾਈਡਰ ਕੋਈ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸੇ ਤਰ੍ਹਾਂ
ਸੁਖਵਿੰਦਰ ਸਿੰਘ ਕੋਟਲੀ ਨੇ ਆਦਮਪੁਰ ਤੋਂ ਕਾਂਗਰਸ ਦੇ ਐਮਐਲਏ ਉਹ ਆਪਣੇ ਪਿੰਡ ਪਹੁੰਚ ਗਏ। ਆਪਣੇ ਪਿੰਡ ਕੋਟਲੀ ਥਾਨ ਸਿੰਘ ਦੇ ਵਿੱਚ ਖੜਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਬੂਥ ਦੇ ਉੱਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ ਬਾਹਰੋਂ ਲਿਆ ਕੇ ਬੰਦੇ ਜਿਹੜੇ ਇੱਥੇ ਬਿਠਾਏ ਹੋਏ ਆ ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਪਰਚਾ ਦਿੱਤਾ ਜਾਵੇ। ਮੈਂ ਮਾਨਯੋਗ ਐਸਐਚਓ ਸਾਹਿਬ ਨੂੰ ਵੀ ਕਿਹਾ। ਉੱਥੇ ਜਾ ਕੇ ਕੋਟਲੀ ਥਾਨ ਸਿੰਘ ਪਿੰਡ ਦੇ ਵਿੱਚ ਜਦੋਂ ਜਾ ਕੇ ਪੁੱਛਦੇ ਨੇ ਕਿ ਤੁਸੀਂ ਆਏ ਕਿੱਥੋਂ ਹੋ, ਤੇ ਇੱਕ ਉਹਨਾਂ ਨੇ ਆਪਣਾ ਵੀਡੀਓ ਵੀ ਪਾਇਆ ਹੋਇਆ, ਉਹਦੇ ਵਿੱਚ ਵੀ ਉਹ ਦੱਸ ਰਹੇ ਨੇ। ਮੇਰਾ ਕਹਿਣ ਦਾ ਭਾਵ ਆ ਇਹ ਸਾਰੇ ਜਾਣੇ ਕੰਪਲੇਂਟਸ ਕਰ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਤੇ ਨੋਟਿਸ ਨਹੀਂ ਲੈਣਾ ਚਾਹੀਦਾ। ਜਿਹੜੇ ਉਹਨਾਂ ਦੇ ਰੈਪਰੈਜ਼ੈਂਟੇਟਿਵਸ ਨੇ ਜਾਂ ਉਹਨਾਂ ਦੇ ਆਬਜ਼ਰਵਰਸ ਨੇ ਇੱਥੇ ਆਏ ਹੋਏ ਨੇ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ, ਕਿ ਉਹਨਾਂ ਨੇ ਇਸ ਚੀਜ਼ ਨੂੰ ਯਕੀਨੀ ਨਹੀਂ ਬਣਾਇਆ। ਵੈਸੇ ਵੀ ਆਮ ਆਦਮੀ ਪਾਰਟੀ ਨੂੰ ਬਾਹਰੋਂ ਵਿਅਕਤੀ ਲਿਆਉਣ ਦੀ ਕੀ ਲੋੜ ਆ ਜਦੋਂ ਉਹਨਾਂ ਦੇ ਆਪਣੇ ਬੰਦੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆ ਔਰ ਜਲੰਧਰ ਦੇ ਵਿੱਚ ਉਹ ਚੋਣ ਲੜ ਰਹੇ ਆ। ਪਰ ਹਾਂ, ਹੋ ਸਕਦਾ ਕਿਉਂਕਿ ਕੈਂਡੀਡੇਟ ਨਹੀਂ ਸੀ ਮਿਲ ਰਿਹਾ, ਕੈਂਡੀਡੇਟ ਵੀ ਉਹਨਾਂ ਨੂੰ ਕਾਂਗਰਸ ਤੋਂ ਲਿਆਉਣਾ ਪਿਆ। ਸੁਸ਼ੀਲ ਕੁਮਾਰ ਰਿੰਕੂ ਜਿਹੜਾ ਕਿਸੇ ਵਕਤ ਆਮ ਆਦਮੀ ਪਾਰਟੀ ਦੀ ਬਹੁਤ ਆਲੋਚਨਾ ਕਰਦੇ ਸੀ, ਭਗਵੰਤ ਮਾਨ ਦੀ ਬੜੀ ਆਲੋਚਨਾ ਕਰਦੇ ਸੀ ਔਰ ਇਹ ਕਹਿੰਦੇ ਸੀ ਕਿ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਲਈ ਇਹੀ ਜ਼ਿੰਮੇਵਾਰ ਨੇ, ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਤੇ ਅਚਾਨਕ ਉਹਨਾਂ ਨੂੰ ਪਾਸਾ ਪਲਟਣਾ ਪੈ ਜਾਂਦਾ, ਆਪਣਾ ਪਾਲਾ ਬਦਲ ਕੇ ਉਹ ਪਹੁੰਚ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਹੋ ਸਕਦਾ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਉੱਥੇ ਲੋਕਲ ਆਪਣੇ ਵੋਲੰਟੀਅਰਸ ਨਾ ਮਿਲ ਰਹੇ ਹੋਣ, ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇਖਣਾ ਚਾਹੀਦਾ ਇਮੀਡੀਏਟਲੀ ਕਿ ਕੀ ਇਸ ਤਰ੍ਹਾਂ ਹੋਇਆ ਤੇ ਫਿਰ ਉਸ ਤੇ ਬਣਦਾ ਐਕਸ਼ਨ ਲੈਣਾ ਵੀ ਚਾਹੀਦਾ। ਵੈਸੇ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਚੋਣ ਚੱਲ ਰਹੀ ਆ, ਲੱਗਦਾ ਕਿ ਪਿਛਲੀ ਵਾਰੀ ਵਾਲਾ ਅੰਕੜਾ ਪਰਸੈਂਟੇਜ ਆਫ ਵੋਟ ਜ਼ਰੂਰ ਪਾਰ ਕਰ ਜਾਏਗੀ। ਤੁਸੀਂ ਦੇਖੋ ਜਦੋਂ ਸੰਗਰੂਰ ਦੇ ਵਿੱਚ ਚੋਣ ਹੋਈ ਸੀ ਤੇ ਉਸ ਵਕਤ ਬਹੁਤ ਘੱਟ ਅੰਕੜਾ ਜਿਹੜਾ ਵੋਟਿੰਗ ਪਰਸੈਂਟੇਜ ਸੀ, ਲੋਕਾਂ ਦੇ ਵਿੱਚ ਉਤਸ਼ਾਹ ਹੀ ਨਹੀਂ ਸੀ। ਮੁਸ਼ਕਲ ਦੇ ਨਾਲ 45% ਦੇ ਕਰੀਬ ਉੱਥੇ ਵੋਟਿੰਗ ਹੋਈ ਸੀ। ਸੋ ਲੱਗਦਾ ਇੱਥੇ 60% ਤੋਂ ਉੱਪਰ ਚਲੀ ਜਾਊਗੀ। ਵੈਸੇ 16,21,800 ਦੇ ਕਰੀਬ ਵੋਟਰਸ ਆ ਜਿਹੜੇ ਉਹ ਉੱਥੇ ਮੌਜੂਦ ਨੇ, ਪਰ ਕੀ ਉਹ ਸਾਰੇ ਵੋਟ ਪਾਉਣਗੇ? ਇੰਨੇ ਤਾਂ ਨਹੀਂ ਵੋਟ ਪਾਉਂਦੇ, ਪਰ ਹਾਂ ਇਹਨਾਂ ਦੇ ਵਿੱਚੋਂ 8,44,904 ਮੇਲਸ ਨੇ, ਯਾਨੀ ਕਿ ਬੰਦੇ ਨੇ, ਤੇ ਔਰਤਾਂ ਨੇ 7,76,855। 19 ਕੈਂਡੀਡੇਟਸ ਇਸ ਟਾਈਮ ਆਪਣੀ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਵਿੱਚੋਂ 4 ਔਰਤਾਂ ਨੇ। ਖੈਰ, ਜਦੋਂ ਤੱਕ ਇਹ ਪ੍ਰੋਗਰਾਮ ਸਾਡਾ ਤੁਹਾਡੇ ਕੋਲੇ ਪਹੁੰਚੇਗਾ ਉਦੋਂ ਤੱਕ ਇਹ ਆ ਜਾਏਗਾ ਅੰਕੜਾ ਕਿ ਕਿੰਨੀ ਕੁ ਪਰਸੈਂਟੇਜ ਆਫ ਵੋਟਿੰਗ ਹੋਈ ਆ, ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਕਿਆ ਸਰਾਈਆਂ ਲੱਗਣ ਲੱਗ ਜਾਣਗੀਆਂ, ਕੌਣ ਅੱਗੇ ਆ ਕੌਣ ਪਿੱਛੇ ਆ, ਇਸ ਦਾ ਸ਼ਾਇਦ ਉਦੋਂ ਤੱਕ ਐਗਜ਼ਿਟ ਪੋਲ ਵੀ ਆ ਜੇ। ਪ੍ਰੈਸ ਕਾਉਂਸਲ ਆਫ ਇੰਡੀਆ ਦੇ ਚੇਅਰਮੈਨ ਨੇ ਰੰਜਨ ਪ੍ਰਕਾਸ਼ ਦੇਸਾਈ, ਉਹਨਾਂ ਨੇ ਹੁਣ ਜਦੋਂ ਭਾਵਨਾ ਕਿਸ਼ੋਰ ਗੁਪਤਾ ਦਾ ਕੇਸ ਸੁਣਿਆ ਔਰ ਜਦੋਂ ਦੇਖਿਆ ਕਿ ਕੱਲੀ ਭਾਵਨਾ ਕਿਸ਼ੋਰ ਨੂੰ ਨਹੀਂ, ਉਸ ਦੇ ਨਾਲ ਉਹਦੇ ਜਿਹੜੇ ਕੈਮਰਾਮੈਨ ਸੀ ਮ੍ਰਿਤੰਜਯ ਕੁਮਾਰ ਤੇ ਉਹਨਾਂ ਦੇ ਡਰਾਈਵਰ ਪਰਮਿੰਦਰ ਸਿੰਘ ਰਾਵਤ, ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੀ ਡਿਊਟੀ ਕਰਨ ਜਾਂਦੇ ਨੇ। ਉੱਥੋਂ ਦਿੱਲੀ ਤੋਂ ਚੱਲਦੇ ਨੇ, ਟਾਈਮਸ ਨਾਓ ਦੇ ਸਾਰੇ ਪੱਤਰਕਾਰ ਹੁੰਦੇ ਨੇ, ਉਹਨਾਂ ਦੇ ਨਾਲ ਐਸੋਸੀਏਟਡ ਹੁੰਦੇ ਨੇ। ਜਦੋਂ ਪਹੁੰਚਦੇ ਨੇ ਲੁਧਿਆਣੇ ਔਰ ਇੱਕ ਈਵੈਂਟ ਦੇ ਵਿੱਚ ਉੱਥੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ। ਇਸ ਗੱਲ ਨੂੰ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਬੜਾ ਸੀਰੀਅਸਲੀ ਲਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੀ ਪੁਲਿਸ ਨੇ ਆਪਣੀ ਡਿਊਟੀ ਨਹੀਂ ਨਿਭਾਈ, ਬਲਕਿ ਆਪਣੀ ਡਿਊਟੀ ਤਾਂ ਉਹਨਾਂ ਨੇ ਕੀ ਨਿਭਾਉਣੀ ਸੀ, ਪ੍ਰੈਸ ਨੂੰ ਵੀ ਆਪਣੀ ਡਿਊਟੀ ਨਹੀਂ ਕਰਨ ਦਿੱਤੀ। ਕਿਉਂ ਰੋਕਿਆ ਗਿਆ ਇਸ ਬਾਰੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, ਪਰ ਹੁਣ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਦੇ ਖੁਲਾਸੇ ਹੋਏ ਨੇ ਔਰ ਜਿਸ ਤਰ੍ਹਾਂ ਜਸਟਿਸ ਏਜੀ ਮਸੀਹ ਨੇ ਪੰਜਾਬ ਸਰਕਾਰ ਨੂੰ ਔਰ ਇੱਥੋਂ ਤੱਕ ਕਿ ਜਿਹੜੀ ਲੋਅਰ ਜੁਡੀਸ਼ਰੀ ਆ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਤੇ ਸਪੈਸ਼ਲ ਜੱਜ ਨੂੰ ਜਿਸ ਤਰ੍ਹਾਂ ਦੀ ਝਾੜ ਪਾਈ ਆ, ਉਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਸੈੱਟ ਕਰਦੀ ਆ ਕਿ ਕਿਸ ਤਰ੍ਹਾਂ ਚਾਹੇ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਹੋਵੇ, ਚਾਹੇ ਇੱਥੋਂ ਦੀ ਪੁਲਿਸ ਹੋਵੇ, ਜਾਂ ਈਵਨ ਕਿ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਆ ਜਾਂ ਸਪੈਸ਼ਲ ਜੱਜ ਆ, ਉਹ ਵੀ ਕਿਸ ਤਰ੍ਹਾਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ। ਇਸ ਗੱਲ ਨੂੰ ਦਰਸਾਇਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ, ਆਪਣੇ ਉਸ ਆਰਡਰ ਦੇ ਵਿੱਚ। ਤੁਸੀਂ ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਨੋਟਿਸ ਤਾਂ ਕੱਢ ਹੀ ਦਿੱਤੇ ਆ। ਹੁਣ ਇਹ ਦੇਖਣਾ ਪਊਗਾ ਕਿ ਵੀਕੇ ਜੰਜੂਆ ਜਾਂ ਅਨੁਰਾਗ ਵਰਮਾ ਜਾਂ ਤੁਸੀਂ ਕਹਿ ਲਓ ਡੀਜੀਪੀ ਗੌਰਵ ਯਾਦਵ ਉਹ ਕੀ ਜਵਾਬ ਦਿੰਦੇ ਨੇ, ਜਾਂ ਮਨਦੀਪ ਸਿੰਘ ਸਿੱਧੂ ਜਿਹੜੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਆ ਜਿਨ੍ਹਾਂ ਤੇ ਸਾਰੀ ਜ਼ਿੰਮੇਵਾਰੀ ਜਾਂਦੀ ਆ, ਉਹ ਕੀ ਜਵਾਬ ਦਿੰਦੇ ਨੇ। ਉਹ ਤਾਂ ਖੈਰ ਸਮਾਂ ਦੱਸੂਗਾ, ਪਰ ਮੈਂ ਤੁਹਾਨੂੰ ਲੈ ਕੇ ਚੱਲਦਾ ਕੋਰਟ ਦੇ ਵਿੱਚ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਜਸਟਿਸ ਏਜੀ ਮਸੀਹ ਸਾਹਮਣੇ ਦੁਬਾਰਾ ਇਹ ਮਾਮਲਾ ਆਇਆ, ਉੱਥੇ ਭਾਵਨਾ ਕਿਸ਼ੋਰ ਗੁਪਤਾ ਨੂੰ ਘੱਟੋ ਘੱਟ 11 ਜਿਹੜੇ ਵਕੀਲ ਸੀ ਉਹ ਰੈਪਰੈਜ਼ੈਂਟ ਕਰ ਰਹੇ ਸੀ। ਜਿਹੜੇ ਸੀਨੀਅਰ ਵਕੀਲ ਸੀ RS ਰਾਏ ਸੀ, ਚੇਤਨ ਮਿੱਤਲ ਸੀ, 9 ਹੋਰ ਸੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਦੇਖੋ ਕਿ ਉਹਨਾਂ ਨੂੰ ਤਾਂ ਉਹਨਾਂ ਤੇ SC ST ਐਕਟ ਲਾਇਆ ਗਿਆ। ਉਹਨਾਂ ਦੇ ਨਾਲ ਮ੍ਰਿਤਿੰਜਾ ਕੁਮਾਰ ਤੇ ਨਾਲ ਉਹਨਾਂ ਦੇ ਡਰਾਈਵਰ ਤੇ ਵੀ ਲਾ ਦਿੱਤਾ ਗਿਆ ਤੇ ਉਹ 5 ਰਾਤਾਂ ਤੇ 6 ਦਿਨ ਇਲੀਗਲ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰਹੇ ਆ। ਕੀ ਇਹ ਗੱਲ ਪੰਜਾਬ ਸਰਕਾਰ ਨੂੰ ਪਤਾ? ਕੀ ਇਹ ਗੱਲ ਪੰਜਾਬ ਪੁਲਿਸ ਨੂੰ ਇਹ ਸ਼ੋਭਾ ਦਿੰਦੀ ਹੈ? ਗੈਰ ਕਾਨੂੰਨੀ ਹਿਰਾਸਤ, ਇਹ ਮੈਂ ਨਹੀਂ ਕਹਿ ਰਿਹਾ, ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਹਿ ਰਿਹਾ, ਜਿਨ੍ਹਾਂ ਤੇ ਕਿਸੇ ਤਰ੍ਹਾਂ ਦੀਆਂ ਇਹ ਧਾਰਾਵਾਂ ਬਣਦੀਆਂ ਨਹੀਂ ਸੀ, ਕੇਸ ਤੱਕ ਨਹੀਂ ਸੀ ਬਣਦਾ। ਉਹ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਜਾਂਦਾ ਕੇਸ ਤੇ ਉੱਥੇ ਇੱਕੋ ਦਮ ਕਿਸੇ ਤਰ੍ਹਾਂ ਦਾ ਜਵਾਬ ਹੀ ਨਹੀਂ ਆਉਂਦਾ। ਹਾਲਾਂਕਿ ਪੰਜਾਬ ਦੇ ਐਡਵੋਕੇਟ ਜਨਰਲ ਵੀ ਪੇਸ਼ ਹੋਏ ਸੀ, ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਵੀ ਪੇਸ਼ ਹੋਏ ਸੀ। ਇਹਨਾਂ ਨੇ ਸਾਰਿਆਂ ਨੇ ਆਪਣੀਆਂ ਰਾਵਾਂ ਰੱਖੀਆਂ, ਇਹਨਾਂ ਨੇ ਆਪਣਾ ਮਤ ਰੱਖਿਆ ਜਾਂ ਆਪਣੀਆਂ ਦਲੀਲਾਂ ਦਿੱਤੀਆਂ, ਪਰ ਉਹ ਦਲੀਲਾਂ ਕੋਰਟ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਆਈਆਂ। ਅੱਜ ਸਵੇਰੇ 7 ਵਜੇ ਦੇਖੋ ਭਾਵਨਾ ਗੁਪਤਾ, ਉਹ ਤਾਂ ਪਹਿਲਾਂ ਹੀ ਉਸ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ, ਇੰਟਰਿਮ ਬੇਲ ਮਿਲ ਗਈ ਸੀ, ਪਰ ਇਸ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਦੋਨਾਂ ਨੂੰ, ਯਾਨੀ ਕਿ ਮੈਂ ਗੱਲ ਕਰ ਰਿਹਾ ਮ੍ਰਿਤਿੰਜਾ ਕੁਮਾਰ ਤੇ ਪਰਮਿੰਦਰ ਸਿੰਘ ਰਾਵਤ ਦੀ ਜੋ ਡਰਾਈਵਰ ਆ, ਇਹਨਾਂ ਨੂੰ ਅੱਜ ਸਵੇਰੇ 7 ਵਜੇ ਛੱਡਿਆ ਗਿਆ ਤੇ 5 ਦੀ ਸ਼ਾਮ ਨੂੰ, ਯਾਨੀ ਕਿ 5 ਮਈ ਦੀ ਸ਼ਾਮ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕੋਰਟ ਦੇ ਸਾਹਮਣੇ ਜਦੋਂ ਇਹ ਮਾਮਲਾ ਗਿਆ ਤੇ ਉਹ ਬਹੁਤ ਹੈਰਾਨ ਹੋਏ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹਨਾਂ ਦੀ ਗ੍ਰਿਫਤਾਰੀ ਹੀ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਜਿਹੜੇ ਮਾਮਲੇ ਨੇ, ਜਿਸ ਤਰ੍ਹਾਂ ਦੀਆਂ ਧਾਰਾਵਾਂ ਲੱਗੀਆਂ ਨੇ, ਉਹ ਤਾਂ ਕਹਿੰਦੇ ਬੇਲੇਬਲ ਅਫੈਂਸ ਆ, ਉਹਨਾਂ ਦੀ ਤਾਂ ਜ਼ਮਾਨਤ ਇੱਕੋਦਮ ਹੋਣੀ ਜਾਣੀ ਚਾਹੀਦੀ ਸੀ। ਕੀ ਕਿਸੇ ਪੁਲਿਸ ਅਫੀਸਰ ਨੇ ਨਹੀਂ ਦੱਸਿਆ? ਤੇ ਜੇ ਪੁਲਿਸ ਅਫੀਸਰ ਨੇ ਨਹੀਂ ਦੱਸਿਆ ਤੇ ਜਿਹੜੇ ਜੁਡੀਸ਼ੀਅਲ ਅਫੀਸਰ ਆ ਉਹਨਾਂ ਦੀ ਵੀ ਡਿਊਟੀ ਬਣਦੀ ਸੀ, ਉਹਨਾਂ ਨੂੰ ਘੱਟੋ ਘੱਟ ਇਹਨਾਂ ਨੂੰ ਦੱਸਣਾ ਚਾਹੀਦਾ ਸੀ। ਉਹਨਾਂ ਨੇ ਇਹਨਾਂ ਦੀ ਜੁਡੀਸ਼ੀਅਲ ਕਸਟਡੀ ਕਿਵੇਂ ਦੇਤੀ? ਇਸ ਉੱਤੇ ਬਹੁਤ ਵੱਡਾ ਸਵਾਲ ਖੜਾ ਕੀਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ। ਤੇ ਦੂਸਰੇ ਪਾਸੇ ਜੇ ਜੁਡੀਸ਼ੀਅਲ ਮੈਜਿਸਟਰੇਟ ਨੇ ਸੀ ਇਦਾਂ ਕੀਤਾ ਤੇ ਘੱਟੋ ਘੱਟ ਸਪੈਸ਼ਲ ਜੱਜ ਕੋਲੇ ਜਦੋਂ ਕੇਸ ਗਿਆ ਸੀ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀ। ਸਾਰਾ ਕੁਝ ਮਕੈਨੀਕਲੀ ਹੋਇਆ। ਇਹ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹੀ ਆ ਤੇ ਕੀ ਇਸ ਗੱਲ ਦੀ ਨਮੋਸ਼ੀ ਪੰਜਾਬ ਸਰਕਾਰ ਨੂੰ ਨਹੀਂ ਹੋਣੀ ਚਾਹੀਦੀ? ਹੁਣ ਜੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ ਤੇ ਇਹਦੇ ਵਿੱਚ ਬੜੀ ਹੈਰਾਨੀ ਹੋਏਗੀ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲ ਕਹੀ ਆ। ਜਸਟਿਸ ਏਜੀ ਮਸੀਹ ਨੇ ਕਿਹਾ ਕੀਆ ਹੈ, ਥੋੜੀਆਂ ਅੰਗਰੇਜ਼ੀ ਦੀਆਂ ਲਾਈਨਾਂ ਤੁਸੀਂ ਸੁਣਿਓ ਧਿਆਨ ਨਾਲ, ਇਹਦਾ ਮੈਂ ਤਰਜਮਾ ਵੀ ਕਰੂੰਗਾ। ਉਹ ਕਹਿੰਦੇ ਇਨ ਅ ਮਕੈਨੀਕਲ ਮੈਨਰ ਇਨੀਸ਼ੀਅਲੀ ਦ ਅਰੈਸਟਿੰਗ ਆਫੀਸਰ and thereafter the judicial officers proceeded to pass orders of arrest and remand. Mechanical ਮਸ਼ੀਨੀ ਢੰਗ ਨਾਲ ਆਪਣਾ ਮਾਈਂਡ ਨਹੀਂ ਅਪਲਾਈ ਕੀਤਾ ਬਿਲਕੁਲ ਵੀ। ਘੱਟੋ ਘੱਟ ਜਿਹੜਾ ਦਿਮਾਗ ਆ, ਜਦੋਂ ਤੁਸੀਂ ਇੱਕ ਲਾਅ ਆਫੀਸਰ ਹੋ, ਇੱਕ ਜੁਡੀਸ਼ੀਅਲ ਆਫੀਸਰ ਹੋ, ਘੱਟੋ ਘੱਟ ਆਪਣੇ ਮਾਈਂਡ ਦਾ ਇਸਤੇਮਾਲ ਤਾਂ ਕਰੋ। ਕਾਨੂੰਨ ਨੂੰ ਤਾਂ ਦੇਖੋ। ਕਹਿੰਦੇ ਇਹ ਮਕੈਨੀਕਲ ਮੈਨਰ ਦੇ ਨਾਲ, ਉਹ ਮਸ਼ੀਨੀ ਢੰਗ ਦੇ ਨਾਲ ਇਹਨਾਂ ਨੇ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ, ਬਲਕਿ ਇਸ ਦਿਮਾਗ ਨੂੰ ਵਰਤਿਆ ਨਹੀਂ ਗਿਆ। ਅੱਗੇ ਦੇਖੋ ਉਹਨਾਂ ਨੇ ਕੀ ਕਿਹਾ, ਫਿਰ ਅੰਗਰੇਜ਼ੀ 'ਚ ਕਹਿੰਦੇ ਆ ਉਹ, ਕੰਟੀਨਿਊਸ ਆਫ ਅ ਸਿਟੀਜ਼ਨ ਇਨ ਕਸਟਡੀ ਵਿਦਾਊਟ ਦੇਅਰ ਬੀਇੰਗ ਮੈਂਡੇਟ ਆਫ ਲਾਅ ਦੈਟ ਇਜ਼ ਇਲੀਗਲ ਕਸਟਡੀ ਕੈਨ ਨਾਟ ਬੀ ਪਰਮਿਟਡ। ਹੁਣ ਤੁਸੀਂ ਇੱਕ ਚੀਜ਼ ਹੋਰ ਦੱਸੋ, ਕਹਿੰਦੇ ਇੱਕ ਵਿਅਕਤੀ ਜਿਹਨੂੰ ਹੋਣਾ ਹੀ ਨਹੀਂ ਚਾਹੀਦਾ ਹਿਰਾਸਤ 'ਚ, ਜਿਹਨੂੰ ਜੇਲ੍ਹ ਦੇ ਅੰਦਰ ਹੋਣਾ ਨਹੀਂ ਸੀ ਚਾਹੀਦਾ, ਔਰ ਜਿਹੜੀ ਉਹਨਾਂ ਦੀ ਕਸਟਡੀ ਸੀ ਜਾਂ ਉਹਨਾਂ ਨੂੰ ਜੇਲ੍ਹ ਹੋਈ ਆ, ਉਹ ਤਾਂ ਗੈਰ ਕਾਨੂੰਨੀ ਆ ਤੇ ਇਸ ਚੀਜ਼ ਨੂੰ ਕੋਰਟ ਬਰਦਾਸ਼ਤ ਨਹੀਂ ਕਰੇਗੀ। ਇੱਥੋਂ ਤੱਕ ਉਹਨਾਂ ਨੇ ਕਿਹਾ। ਅੱਗੇ ਆ ਜਾਓ, ਅ ਕੋਰਟ ਐਂਡ ਦੈਟ ਟੂ ਅ ਕਨਸਟੀਟਿਊਸ਼ਨਲ ਕੋਰਟ ਵੈਨ ਕਮਸ ਟੂ ਨੋ ਆਫ ਦ ਸੇਮ ਕੈਨ ਨਾਟ ਸ਼ਟ ਇਟਸ ਆਈਜ਼ ਟੂ ਦ ਸੇਮ। ਉਹ ਕਹਿੰਦੇ ਜੇ ਕੋਰਟ ਨੂੰ ਪਤਾ ਲੱਗ ਗਿਆ ਸੀ ਵੀ ਧਾਰਾਵਾਂ ਕਿਸ ਤਰ੍ਹਾਂ ਦੀਆਂ ਲੱਗੀਆਂ। ਹੁਣ ਤੁਸੀਂ ਦੇਖੋ ਮ੍ਰਿਤਿੰਜਾ ਕੁਮਾਰ ਆ, ਉਹ ਵੀਡੀਓ ਕੈਮਰਾ ਹੋਲਡ ਕਰ ਰਿਹਾ ਸੀ। ਮੰਨ ਲਓ ਇਸ ਲੜਕੀ ਦੀ ਬਹਿਸ ਹੋ ਗਈ, ਮੈਂ ਭਾਵਨਾ ਕਿਸ਼ੋਰ ਦੀ ਗੱਲ ਕਰ ਰਿਹਾ, ਜਿਸ ਲੜਕੀ ਦੇ ਨਾਲ ਜਾਂ ਜਿਸ ਔਰਤ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ, ਤੇ ਮ੍ਰਿਤਿੰਜਾ ਕੁਮਾਰ ਨੇ ਤਾਂ ਕੋਈ ਗੱਲ ਨਹੀਂ ਸੀ ਕਹੀ, ਨਾ ਹੀ ਉਹ ਟੈਕਸੀ ਚਲਾ ਰਿਹਾ ਸੀ, ਨਾ ਉਹ ਗੱਡੀ ਚਲਾ ਰਿਹਾ ਸੀ, ਤੇ ਨਾ ਉਹਨੇ ਜਾਤੀ ਸੂਚਕ ਸ਼ਬਦ ਕਹੇ, ਫਿਰ ਵੀ ਉਸ ਨੂੰ ਅੰਦਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਰਮਿੰਦਰ ਸਿੰਘ ਰਾਵਤ ਜਿਹੜਾ ਡਰਾਈਵਰ ਆ, ਉਹਨੇ ਵੀ ਕੋਈ ਜਾਤੀ ਸੂਚਕ ਸ਼ਬਦ ਨਹੀਂ ਕਹੇ। ਇਹ FIR ਦੇ ਆਧਾਰਿਤ ਕਹਿ ਰਹੇ ਆ। FIR ਦੇ ਵਿੱਚ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਕੋਰਟਸ ਨੂੰ ਇਸ ਚੀਜ਼ ਦਾ ਜਾਇਜ਼ਾ ਨਹੀਂ ਸੀ ਲੈਣਾ ਚਾਹੀਦਾ। ਆਖਿਰਕਾਰ ਉਹਨਾਂ ਨੇ ਇਹੀ ਕਿਹਾ ਕਿ ਜਿਹੜੀਆਂ ਕੋਰਟਸ ਹੁੰਦੀਆਂ ਨੇ ਉਹਨਾਂ ਨੂੰ ਆਪਣਾ ਦਿਮਾਗ ਦਾ ਇਸਤੇਮਾਲ ਕਰਨਾ, ਕਾਨੂੰਨ ਨੂੰ ਚੰਗੀ ਤਰ੍ਹਾਂ ਪੜ੍ਹੋ। ਹੁਣ ਤੁਸੀਂ ਦੇਖੋ ਜਿਹੜੀਆਂ ਧਾਰਾਵਾਂ ਲੱਗੀਆਂ ਨੇ,
SC ST ਐਕਟ ਤਾਂ ਲਾਇਆ ਗਿਆ। 279 ਇਹ ਇੱਕ ਰੈਸ਼ ਡਰਾਈਵਿੰਗ ਦੀ ਧਾਰਾ IPC ਦੀ। 337 ਇਹ ਤੁਸੀਂ ਹੈ ਕਿਸੇ ਨੂੰ ਥੋੜੀ ਬਹੁਤੀ ਤੁਸੀਂ ਸੱਟ ਮਾਰ ਦਿੰਦੇ ਹੋ, ਜਾਂ 427 IPC ਦੀ ਧਾਰਾ ਕਿਸੇ ਦਾ ਨੁਕਸਾਨ ਕਰ ਦੇਣਾ, ਕਿਉਂਕਿ ਉਸ ਔਰਤ ਨੇ ਕਿਹਾ, ਗਗਨ ਨਾਮ ਆ ਉਸ ਔਰਤ ਦਾ ਜਿਹਨੇ ਇਹ ਕੰਪਲੇਂਟ ਕੀਤੀ ਸੀ, ਉਹ ਕਹਿੰਦੀ ਜੀ ਮੇਰਾ ਮੋਬਾਈਲ ਤੋੜਤਾ। ਚਲੋ ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਹੈ ਕੋਰਟ ਨੇ ਕਿ ਇਹ ਸਾਰਾ ਮਾਮਲਾ ਬਹੁਤ ਗਲਤ ਢੰਗ ਨਾਲ ਹੈਂਡਲ ਕੀਤਾ ਗਿਆ। ਵੈਸੇ ਹੁਣ ਇਹਦੀ ਜਿਹੜੀ ਅਗਲੀ ਤਰੀਕ ਆ 10 ਦਿਨਾਂ ਦੇ ਵਿੱਚ ਜਵਾਬ ਮੰਗਿਆ, ਪੰਜਾਬ ਸਰਕਾਰ ਤੋਂ ਜਵਾਬ ਮੰਗਿਆ, ਔਰ ਪੰਜਾਬ ਸਰਕਾਰ 22 ਮਈ ਨੂੰ ਇਸ ਦਾ ਜਵਾਬ ਦੇਗੀ ਕਿ ਕਿਉਂ ਇਸ ਤਰ੍ਹਾਂ ਦਾ ਤੁਸੀਂ ਪੇਸ਼ ਆਏ ਜਾਂ ਇਹਨਾਂ ਜਰਨਲਿਸਟਾਂ ਨੂੰ ਤੁਸੀਂ ਕਿਉਂ ਤੰਗ ਕੀਤਾ। ਇੱਕ ਗੱਲ ਉਹਨਾਂ ਨੇ ਹੋਰ ਕਹੀ ਹਾਈ ਕੋਰਟ ਨੇ, ਕਹਿੰਦੇ ਇਸ ਗੱਲ ਨੂੰ ਵੀ ਦੇਖੋ, ਕਹਿੰਦੇ ਸੈਕਸ਼ਨ 482 CRPC ਦੀ ਹੈ ਇਹ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ, ਕਹਿੰਦੇ ਇਹਦੇ ਕਰਕੇ ਹਾਈ ਕੋਰਟ ਦਾ ਅਧਿਕਾਰ ਬਣਦਾ ਕਿ ਉਹ ਪ੍ਰੋਟੈਕਟ ਕਰੇ ਲਾਈਫ ਐਂਡ ਲਿਬਰਟੀ। ਆਰਟੀਕਲ 21 ਦੇ ਅਧੀਨ ਵੀ ਜਿਹੜੀ ਕਨਸਟੀਟਿਊਸ਼ਨ ਦਾ ਆਰਟੀਕਲ 21 ਆ, ਤੇ ਇਸੇ ਤਰ੍ਹਾਂ ਸੈਕਸ਼ਨ 482 CRPC ਦਾ, ਇਸ ਦੇ ਅਧੀਨ ਕਿਸੇ ਵੀ ਵਿਅਕਤੀ ਦੀ, ਕਿਸੇ ਵੀ ਨਾਗਰਿਕ ਦੀ ਉਹਦੀ ਲਾਈਫ ਐਂਡ ਲਿਬਰਟੀ, ਉਸ ਨੂੰ ਪ੍ਰੋਟੈਕਟ ਕਰਨਾ ਜਾਂ ਉਹਦੀ ਰੱਖਿਆ ਕਰਨੀ ਉਹਦਾ ਫਰਜ਼ ਬਣਦਾ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਕੀ ਪੰਜਾਬ ਸਰਕਾਰ ਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨੀ ਚਾਹੀਦੀ ਕਿ ਉਹਨਾਂ ਦਾ ਅਕਸ ਕਿੰਨਾ ਖਰਾਬ ਹੋ ਰਿਹਾ? ਕਦੇ ਚੰਡੀਗੜ੍ਹ ਪ੍ਰੈਸ ਕਲੱਬ ਉਹਨਾਂ ਦੀ ਇਸ ਹਰਕਤ ਤੇ ਉਹਨਾਂ ਨੂੰ ਕੰਡੈਮ ਕਰਦਾ, ਉਹਨਾਂ ਦੀ ਆਲੋਚਨਾ ਕਰਦਾ। ਐਡੀਟਰਸ ਗਿਲਡ ਆਫ ਇੰਡੀਆ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਕਿ ਇਹ ਜੋ ਕੁਝ ਵੀ ਹੋਇਆ ਠੀਕ ਨਹੀਂ ਹੋਇਆ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਇਹਨਾਂ ਸਾਰੀਆਂ ਚੀਜ਼ਾਂ ਤੇ ਗੌਰ ਨਹੀਂ ਕਰਨਾ ਚਾਹੀਦਾ? ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਇਹ ਜਿਹੜੀ ਲੜਕੀ ਆ ਭਾਵਨਾ ਕਿਸ਼ੋਰ ਗੁਪਤਾ, ਇਹ ਆਮ ਆਦਮੀ ਪਾਰਟੀ ਦੀ ਕਵਰੇਜ ਕਰਦੀ ਆ। ਜਿਸ ਤਰ੍ਹਾਂ ਕਿ ਜਰਨਲਿਸਟ ਨੂੰ ਕੋਈ ਨਾ ਕੋਈ ਪਾਰਟੀ ਦਿੱਤੀ ਹੁੰਦੀ ਹੈ, ਕੋਈ ਬੀਟ ਦਿੱਤੀ ਹੁੰਦੀ ਆ, ਇਸ ਨੂੰ ਸਪੈਸ਼ਲੀ ਬੁਲਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਆਦਿਲ ਨਾਮ ਆ ਉਸਦਾ। ਕਹਿੰਦੇ ਤੁਸੀਂ ਆਓ ਤੇ ਅਸੀਂ ਇੱਥੇ ਮੁਹੱਲਾ ਕਲੀਨਿਕਸ ਦੀ ਇਨੋਗ੍ਰੇਸ਼ਨ ਕਰਨੀ ਆ 5 ਤਰੀਕ ਨੂੰ, ਯਾਨੀ ਕਿ 5 ਮਈ ਨੂੰ, ਤੇ ਤੁਹਾਨੂੰ ਉੱਥੇ ਬੁਲਾਇਆ ਜਾਂਦਾ ਕਵਰੇਜ ਲਈ। ਜਦੋਂ ਇਹ ਲੜਕੀ ਉੱਥੇ ਪਹੁੰਚਦੀ ਹੈ ਲੁਧਿਆਣੇ, ਉਸ ਜਗ੍ਹਾ ਤੇ ਫੰਕਸ਼ਨ ਤੇ, ਉਹਨੂੰ ਐਂਟਰ ਵੀ ਨਹੀਂ ਕਰਨ ਦਿੱਤਾ ਜਾਂਦਾ। ਤੁਸੀਂ ਅੰਦਾਜ਼ਾ ਲਾਓ ਇਸ ਗੱਲ ਦਾ। ਤੇ ਜਦੋਂ ਐਂਟਰ ਨਹੀਂ ਕਰਦੀ ਫਿਰ ਉਹ ਵਾਪਸ ਮੁੜਦੇ ਨੇ, ਤੇ ਵਾਪਸੀ ਤੇ ਇਸ ਤਰ੍ਹਾਂ ਹੋਇਆ। ਇਹਨਾਂ ਨੇ ਤਾਂ ਬਲਕਿ ਇਹ ਵੀ ਕਿਹਾ ਕਿ ਇਸ ਤਰ੍ਹਾਂ ਲੱਗਦਾ ਕਿ ਸਾਰਾ ਮਾਮਲਾ ਕਥਿਤ ਤੌਰ ਤੇ ਸੈਟਅਪ ਕੀਤਾ ਗਿਆ ਸੀ, ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਗਿਆ ਸੀ, ਕਿਉਂਕਿ ਇਹ ਲੜਕੀ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਸਟੋਰੀਜ਼ ਕਰ ਰਹੀ ਸੀ, ਇਹਨਾਂ ਨੂੰ ਐਕਸਪੋਜ਼ ਕਰ ਰਹੀ ਸੀ, ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਨੂੰ ਐਕਸਪੋਜ਼ ਕਰ ਰਹੀ ਸੀ। ਹੁਣ ਵੈਸੇ ਤੁਸੀਂ ਦੇਖੋ, NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਪੈਨਲ ਬਣਾਤਾ, ਉਹ ਕਹਿੰਦੇ ਜਿਹੜਾ 45 ਕਰੋੜ ਰੁਪਈਆ ਲਾਇਆ ਅਰਵਿੰਦ ਕੇਜਰੀਵਾਲ ਨੇ, ਇਸ ਦੀ ਜਾਂਚ ਹੋਊਗੀ। ਔਰ ਕੀ ਇਸ ਨੇ ਵਾਤਾਵਰਣ ਦੇ ਨਾਲ ਕੋਈ ਛੇੜਖਾਨੀ ਤਾਂ ਨਹੀਂ ਕੀਤੀ? ਵੈਸੇ ਇਕੱਲੇ ਉਹਨਾਂ ਨੇ ਨਹੀਂ, ਵਿਨय ਕੁਮਾਰ ਸਕਸੇਨਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ, ਉਹਨਾਂ ਨੇ ਆਪਣੇ ਚੀਫ ਸੈਕਟਰੀ ਯਾਨੀ ਕਿ ਦਿੱਲੀ ਦੇ ਚੀਫ ਸੈਕਟਰੀ ਨਰੇਸ਼ ਕੁਮਾਰ ਨੂੰ ਕਹਿਤਾ, ਕਹਿੰਦੇ ਇਹਦੀ ਰਿਪੋਰਟ ਬਣਾ ਕੇ ਮੈਨੂੰ ਭੇਜੀ ਜਾਵੇ, ਦੱਸਿਆ ਜਾਵੇ ਕਿ ਕੀ ਜਿਹੜਾ ਪੈਸਾ ਲਾਇਆ ਅਰਵਿੰਦ ਕੇਜਰੀਵਾਲ ਨੇ ਉਹ ਠੀਕ ਲਾਇਆ, ਕੀ ਜਿਹੜਾ ਮਾਸਟਰ ਪਲਾਨ ਆ ਦਿੱਲੀ ਦਾ ਉਸ ਦੇ ਨਾਲ ਕੋਈ ਗੜਬੜ ਤਾਂ ਨਹੀਂ ਕੀਤੀ, ਜਿਹੜੀ ਹੈਰੀਟੇਜ ਹੈ ਦਿੱਲੀ ਦੀ ਉਸ ਦੇ ਨਾਲ ਛੇੜਛਾੜ ਤਾਂ ਨਹੀਂ ਕੀਤੀ, ਤੇ ਫਿਰ ਤੁਸੀਂ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਕਰ ਦੋਗੇ। ਦੀ ਲੈਂਸਟ ਇੱਕ ਮੈਡੀਕਲ ਜਰਨਲ ਆ, ਔਰ ਜਿਸ ਤਰ੍ਹਾਂ ਦੀ ਉਹਦੀ ਇੱਕ ਸਾਖ ਆ ਪੂਰੀ ਦੁਨੀਆ ਦੇ ਵਿੱਚ, ਉਹ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ। ਕਾਫੀ ਰੈਪਿਊਟਡ ਮੈਗਜ਼ੀਨ ਆ, ਮੈਡੀਕਲ ਜਰਨਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀਕਲੀ ਆ। ਇਸ ਨੇ ਹੁਣ ਇੱਕ ਐਡੀਟੋਰੀਅਲ ਲਿਖਿਆ, ਔਰ ਐਡੀਟੋਰੀਅਲ ਦੇ ਵਿੱਚ ਲਿਖਿਆ ਜਿਹੜੀ ਕਹਿੰਦੇ ਭਾਰਤ ਸਰਕਾਰ ਆ, ਖਾਸ ਤੌਰ ਤੇ ਜਿਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੀਡ ਕਰ ਰਹੇ ਨੇ, ਕਹਿੰਦੇ ਨਾ ਤਾਂ ਇਹਦੇ ਵਿੱਚ ਪਾਰਦਰਸ਼ਤਾ, ਕਿਸੇ ਤਰ੍ਹਾਂ ਦੀ ਕੋਈ ਟਰਾਂਸਪੇਰੈਂਸੀ ਨਹੀਂ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਇੰਟੈਗ੍ਰਿਟੀ, ਜਿਸ ਤਰ੍ਹਾਂ ਕਿ ਇੱਕ ਇਮਾਨਦਾਰੀ ਹੋਣੀ ਚਾਹੀਦੀ ਹੈ, ਇਕਲਾਖੀ, ਤੁਹਾਡਾ ਨੈਤਿਕ ਕੋਈ ਫਰਜ਼ ਹੁੰਦਾ ਡਿਊਟੀ ਨਿਭਾਉਣ ਦਾ, ਉਹ ਵੀ ਨਹੀਂ ਕਹਿੰਦੇ ਕੋਈ ਲੱਗ ਰਹੀ, ਤੇ ਨਾ ਹੀ ਕੋਈ ਇਕੁਇਟੀ, ਜਿਸ ਤਰ੍ਹਾਂ ਫ੍ਰੀ ਐਂਡ ਫੇਅਰ ਹੋਣਾ ਚਾਹੀਦਾ, ਹਰ ਚੀਜ਼ ਨਾਲ ਇੰਪਾਰਸ਼ੀਅਲ ਹੋਣਾ ਚਾਹੀਦਾ, ਬਗੈਰ ਕਿਸੇ ਭੇਦਭਾਵ ਦੇ, ਕਹਿੰਦੇ ਇਹ ਵੀ ਨਹੀਂ ਕੋਈ ਨਜ਼ਰ ਆ ਰਿਹਾ। ਉਹਨਾਂ ਨੇ ਇਹ ਗੱਲ ਕਿਉਂ ਕਹੀ? ਕਹਿੰਦੇ ਜਦੋਂ COVID-19 ਵਾਇਰਸ ਦਾ ਫੈਲਾਅ ਹੋਇਆ ਸੀ, ਉਸ ਪੈਂਡੈਮਿਕ ਦਾ, ਔਰ ਇਸ ਦੌਰਾਨ ਜੋ ਭਾਰਤ ਦੇ ਵਿੱਚ ਮੌਤਾਂ ਹੋ ਰਹੀਆਂ ਸੀ, ਇਹਨਾਂ ਨੂੰ ਸਹੀ ਅੰਕੜਾ ਜਿਹੜਾ ਹੈ ਉਹ ਭਾਰਤ ਸਰਕਾਰ ਨੇ ਪੇਸ਼ ਨਹੀਂ ਕੀਤਾ। ਭਾਰਤ ਸਰਕਾਰ ਨੇ ਜਿਹੜਾ ਅੰਕੜਾ ਪੇਸ਼ ਕੀਤਾ, ਜਿਹੜੀਆਂ ਆਫੀਸ਼ੀਅਲ ਫਿਗਰਸ ਗਈਆਂ ਸਰਕਾਰ ਵੱਲੋਂ, ਉਹ ਕੀਤਾ
5,30,000 ਦੇ ਕਰੀਬ ਮੌਤਾਂ ਕਹਿੰਦੇ ਹੋਈਆਂ ਨੇ। ਉਸ ਸਮੇਂ ਦੀ ਦੌਰਾਨ ਉਹ ਗੱਲ ਕਰ ਰਹੇ ਆ। ਪਰ ਕਹਿੰਦੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ WHO ਉਹਦਾ ਜਿਹੜਾ ਅੰਕੜਾ ਸਨ 2020 ਤੋਂ ਲੈ ਕੇ ਸਨ 2021 ਤੱਕ ਉਹ ਹੈ 40,70,000, ਘੱਟੋ ਘੱਟ 7 to 8 ਟਾਈਮਸ, 7 ਤੋਂ 8 ਗੁਣਾ ਵੱਧ ਆ। ਕਿ ਭਾਰਤ ਨੇ ਇਹ ਸਾਰੀਆਂ ਜਿਹੜੀਆਂ ਆਪਣੀਆਂ ਮੌਤਾਂ ਹੋਈਆਂ ਕੋਵਿਡ-19 ਵਾਇਰਸ ਦੇ ਦੌਰਾਨ ਇਹ ਲੁਕੋਈਆਂ। ਵੈਸੇ ਆਕਸੀਜਨ ਦੀ ਕਮੀ ਰਹੀ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਵੈਸੇ ਇਸ ਤੇ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੇਂਦਰ ਸਰਕਾਰ ਬੋਲ ਰਹੀ ਸੀ ਤੇ ਨਾ ਹੀ ਕਈ ਸੂਬਾ ਸਰਕਾਰਾਂ ਬੋਲ ਰਹੀਆਂ ਸੀ। ਇਹ ਸਾਰੀ ਦੀ ਸਾਰੀ ਸਟੱਡੀ ਵੈਸੇ ਦੀ ਲੈਂਸੈਟ ਦੇ ਵਿੱਚ ਪਹਿਲਾਂ ਵੀ ਛਪ ਚੁੱਕੀ ਆ। 1 ਜਨਵਰੀ ਸਨ 2020 ਤੋਂ ਲੈ ਕੇ 31 ਦਸੰਬਰ ਸਨ 2021 ਤੱਕ 40,70,000 ਮੌਤਾਂ ਹੋਈਆਂ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਕਾਫੀ ਪਰੇਸ਼ਾਨ ਵੀ ਕਰਦੀ ਆ ਔਰ ਹੈਰਾਨ ਤਾਂ ਖੈਰ ਕਰਦੀ ਆ। ਹੈਲਥ ਮਿਨਿਸਟਰੀ ਨੇ, ਯੂਨੀਅਨ ਹੈਲਥ ਮਿਨਿਸਟਰੀ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਉਦੋਂ ਦਿੱਤੀ ਸੀ, ਰਿਐਕਸ਼ਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪਰ ਉਸ ਤੋਂ ਬਾਅਦ ਦੀ ਇਕਨੋਮਿਸਟ ਵੀ ਜਿਹੜਾ 179 ਈਅਰ 올ਡ, ਇਹ ਵੀ ਇੱਕ ਤਰ੍ਹਾਂ ਦਾ ਮੈਗਜ਼ੀਨ ਆ। ਇਸ ਉੱਤੇ ਵੀ ਸਾਰਾ ਕੁਝ ਆਉਂਦਾ, ਪੋਲੀਟੀਕਲ ਵੀ ਦਿੰਦਾ, ਇਕਨੋਮਿਕਸ ਬਾਰੇ ਵੀ ਲਿਖਦਾ। ਇਹਨਾਂ ਨੇ ਵੀ ਇਸੇ ਤਰ੍ਹਾਂ ਦੀ ਅੰਕੜੇ ਦੀ ਗੱਲ ਕੀਤੀ ਸੀ। ਔਰ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਉਹ ਫਾਈਨੈਂਸ਼ੀਅਲ ਟਾਈਮਸ, ਦਾ ਵਾਸ਼ਿੰਗਟਨ ਪੋਸਟ ਦੇ ਵਿੱਚ ਵੀ ਇਹ ਸਾਰਾ ਕੁਝ ਛਪਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਇਸ ਐਡੀਟੋਰੀਅਲ ਦੇ ਵਿੱਚ ਕਿ ਕਲਾਈਮੇਟ ਚੇਂਜ ਨੂੰ ਲੈ ਕੇ ਭਾਰਤ ਬਹੁਤ ਜ਼ਿਆਦਾ ਸੰਜੀਦਾ ਨਹੀਂ ਆ ਔਰ ਜਿਹੜੀ ਸਿਵਲ ਸੁਸਾਇਟੀ ਆ ਉਸ ਨੂੰ ਲਗਾਤਾਰ ਦਬਾਇਆ ਜਾ ਰਿਹਾ, ਆਮ ਨਾਗਰਿਕਾਂ ਨੂੰ, ਔਰ ਇੱਕ ਖਾਸ ਤਰ੍ਹਾਂ ਦੀ ਹਿੰਸਾ। ਇੱਥੋਂ ਦੀ ਗੱਲ ਉਹਨਾਂ ਨੇ ਬੜੀ ਕਲੀਅਰ ਕੀਤੀ ਹੈ ਦ ਲਾਂਸੈਟ ਨੇ ਕਿ ਜਿਹੜੀ ਹਿੰਦੂ ਨੈਸ਼ਨਲਿਸਟ ਹਿੰਸਾ ਉਹ ਜਿਹੜੇ ਨਾਨ ਹਿੰਦੂਜ਼ ਆ ਉਹਨਾਂ ਦੇ ਖਿਲਾਫ ਫੈਲਾਈ ਜਾ ਰਹੀ ਹੈ। ਇਹ ਸਾਰਾ ਕੁਝ ਇਹਨਾਂ ਨੇ ਆਪਣੇ ਐਡੀਟੋਰੀਅਲ ਦੇ ਵਿੱਚ ਕਿਹਾ। ਨੈਸ਼ਨਲ ਕ੍ਰਾਈਮ ਰੈਕਡ ਬਿਊਰੋ, ਜਿਹਨੂੰ ਅਸੀਂ NCRB ਕਹਿ ਦਿੰਦੇ ਆ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਡਾਟਾ ਦਿੱਤੇ, ਕੁਝ ਫਿਗਰਸ ਦਿੱਤੀਆਂ, ਕੁਝ ਅੰਕੜੇ ਦਿੱਤੇ। ਉਹਨਾਂ ਅੰਕੜਿਆਂ ਨੂੰ ਲੈ ਕੇ ਉद्धਵ ਠਾਕਰੇ ਦੀ ਸ਼ਿਵ ਸੈਨਾ ਬਹੁਤ ਐਕਟਿਵ ਹੋ ਗਈ। ਉਹਨਾਂ ਨੇ ਬਲਕਿ ਆਪਣੇ ਮਾਊਥ ਪੀਸ ਸਾਹਮਣਾ, ਉਹਨਾਂ ਦਾ ਮਰਾਠੀ ਦਾ ਅਖਬਾਰ ਆ, ਉੱਥੇ ਅੱਜ ਇੱਕ ਐਡੀਟੋਰੀਅਲ ਛਪਿਆ। ਉਸ ਐਡੀਟੋਰੀਅਲ ਦੇ ਵਿੱਚ ਉਹਨਾਂ ਨੇ NCRB ਦਾ ਅੰਕੜਾ ਦੇ ਕੇ, ਉਸ ਦਾ ਹਵਾਲਾ ਦੇ ਕੇ ਇਹ ਲਿਖਿਆ, ਕਹਿੰਦੇ ਲਗਭਗ 5 ਸਾਲਾਂ ਦੇ ਦੌਰਾਨ ਗੁਜਰਾਤ ਦੇ ਵਿੱਚ 40,000 ਤੋਂ ਵੀ ਵੱਧ ਔਰਤਾਂ ਗਾਇਬ ਹੋ ਗਈਆਂ। ਤੁਸੀਂ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਲਗਭਗ 3 ਮਹੀਨਿਆਂ ਦੇ ਦੌਰਾਨ 5500 ਔਰਤਾਂ ਔਰ 50 ਔਰਤਾਂ ਹਰ ਰੋਜ਼ ਗਾਇਬ ਹੋ ਰਹੀਆਂ ਨੇ। ਤੁਸੀਂ ਕੁਛ ਨਹੀਂ ਕੀਤਾ। ਔਰ ਸਾਨੂੰ ਇੱਥੇ ਇਹ ਪਤਾ ਹੀ ਹੈ ਕਿ ਗੁਜਰਾਤ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੇ ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਏਕਨਾਥ ਸ਼ਿੰਦੇ ਨੂੰ ਕਿਸ ਤਰ੍ਹਾਂ ਉਹ ਸ਼ਿਵ ਸੈਨਾ ਤੋਂ ਲੈ ਕੇ ਆਏ ਸੀ, ਉਹ ਤੁਹਾਨੂੰ ਸਾਰਾ ਪਤਾ। ਪਰ ਗੁਜਰਾਤ ਦੀ ਗੱਲ ਉਹ ਇਸ ਕਰਕੇ ਕਰ ਰਹੇ ਆ ਕਿ ਗੁਜਰਾਤ ਮਾਡਲ ਨੂੰ ਸਾਰੇ ਭਾਰਤ ਦੇ ਵਿੱਚ ਫੈਲਾਇਆ ਗਿਆ ਕਿ ਇਸ ਤੋਂ ਬਿਹਤਰ ਤਾਂ ਕੋਈ ਸਟੇਟ ਹੀ ਨਹੀਂ ਹੈ। ਇਹ ਗੱਲ ਕੌਣ ਕਹਿ ਰਹੇ ਨੇ? ਇਹ ਗੱਲ ਸਾਹਮਣਾ ਕਹਿ ਰਿਹਾ, ਸ਼ਿਵ ਸੈਨਾ ਦਾ ਬਾਲ ਠਾਕਰੇ ਜਾਂ ਉद्धਵ ਠਾਕਰੇ ਦੀ ਸ਼ਿਵ ਸੈਨਾ ਦਾ ਮਾਊਥ ਪੀਸ ਆ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਔਰਤਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਵੈਸੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਦਾ, ਜਦੋਂ ਇਹ NCRB ਦਾ ਡਾਟਾ ਆਇਆ, ਨੈਸ਼ਨਲ ਕ੍ਰਾਈਮ ਰੈਕਡ ਬਿਊਰੋ ਦਾ ਡਾਟਾ ਆਇਆ, ਉਸ ਤੋਂ ਬਾਅਦ ਗੁਜਰਾਤ ਦੀ ਪੁਲਿਸ ਨੇ ਕਈ ਟਵੀਟ ਕੀਤੇ। ਉਹ ਕਹਿੰਦੇ ਅਸੀਂ ਤਾਂ ਇਹ ਸਾਰੀਆਂ ਔਰਤਾਂ ਲਗਭਗ ਲੱਭ ਲਿਆ ਨੇ ਤੇ ਇਹ ਔਰਤਾਂ ਸਨ 2016 ਤੋਂ ਲੈ ਕੇ ਸਨ 2020 ਤੱਕ ਗਾਇਬ ਹੋਈਆਂ ਸੀ। ਉਹਨਾਂ ਨੇ ਅੰਕੜਾ ਦਿੱਤਾ 41,621 ਤੇ ਉਹ ਕਹਿੰਦੇ ਇਹਨਾਂ ਦੇ ਵਿੱਚੋਂ ਅਸੀਂ 39,497, ਲਗਭਗ 94-95% ਔਰਤਾਂ ਲੱਭ ਲੀਆਂ ਨੇ। ਸੋ ਕੋਸ਼ਿਸ਼ ਉਹਨਾਂ ਨੇ ਇਹ ਕੀਤੀ, ਪਰ ਕੀ ਉਹ ਕਿਸ ਹਾਲਾਤਾਂ ਦੇ ਵਿੱਚ ਗਈਆਂ, ਉਹਨਾਂ ਦੇ ਨਾਲ ਜਿਨ੍ਹਾਂ ਦਿਨਾਂ ਦੇ ਵਿੱਚ ਗਾਇਬ ਸੀ ਉਹ ਕਿੱਥੇ ਗਈਆਂ, ਉਹਨਾਂ ਦੇ ਨਾਲ ਕੀ ਵਾਪਰਿਆ, ਕਿਹੜੀਆਂ ਘਟਨਾਵਾਂ ਹੋਈਆਂ, ਇਸ ਬਾਰੇ ਕਦੇ ਪਤਾ ਲੱਗੂਗਾ। ਤੇ ਮਹਾਰਾਸ਼ਟਰ ਦੇ ਵਿੱਚ ਵੀ ਜੇ ਰੋਜ਼ 50 ਔਰਤਾਂ ਗਾਇਬ ਹੋ ਰਹੀਆਂ ਨੇ, ਜਿਸ ਨੂੰ ਸ਼ਿਵ ਸੈਨਾ ਨੇ ਆਪਣੇ ਮਾਊਥ ਪੀਸ ਦੇ ਵਿੱਚ ਲਿਖਿਆ, ਤੇ ਬਹੁਤ ਵੱਡਾ ਕੰਸਰਨ ਆ। ਔਰ ਇਹਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਸਰੋਕਾਰ ਆ, ਜੇ ਆਪਾਂ ਸੰਬੰਧ ਕਰੀਏ ਤਾਂ ਜਿਹੜੀ ਮੂਵੀ ਆਈ ਆ, ਇੱਕ ਫਿਲਮ ਆਈ ਆ ਦੀ ਕੇਰਲਾ ਸਟੋਰੀ, ਜਿਹਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਦਿਖਾਈਆਂ ਗਈਆਂ ਨੇ। ਬਲਕਿ ਉਹਨਾਂ ਨੇ ਕਿਹਾ ਕਿ 32,000 ਉਹਦੇ ਵਿੱਚ ਦਾਅਵਾ ਕੀਤਾ ਗਿਆ, ਪਰ ਜਿਹੜੇ ਫਿਲਮ ਮੇਕਰਸ ਨੇ ਉਹਨਾਂ ਨੇ ਇੱਕ ਤਰ੍ਹਾਂ ਦੀ, ਜਿਸ ਤਰ੍ਹਾਂ ਕਹਿੰਦੇ ਆ, ਸਿਨੇਮੈਟਿਕ ਲਿਬਰਟੀ ਲਿੱਤੀ ਆ
ਉਹਨਾਂ ਨੇ ਇੱਕ ਤਰ੍ਹਾਂ ਦਾ, ਜਿਸ ਤਰ੍ਹਾਂ ਕੋਈ ਵੀ ਇੱਕ ਆਰਟਿਸਟ ਹੁੰਦਾ ਉਹ ਲਿਬਰਟੀ ਲੈਂਦਾ, ਕੇਵਲ 3 ਕੇਸ ਨੇ ਪਰ ਕਿਹਾ ਜਾ ਰਿਹਾ 32,000 ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਕੇਵਲ 3 ਕੇਸ ਆਏ ਆ। ਔਰ ਉਸ ਮੂਵੀ ਤੇ ਇਸ ਟਾਈਮ ਜੋ ਪੋਲਿਟਿਕਸ ਚੱਲ ਰਹੀ ਹੈ, ਜੋ ਸਿਆਸਤ ਚੱਲ ਰਹੀ ਆ, ਉਹਨੂੰ ਬੈਨ ਕਰਨ ਦੀ ਵੀ ਕਈ ਗੱਲਾਂ ਕਰ ਰਹੇ ਨੇ। ਵੈਸੇ ਬੈਨ ਕਰਨ ਦੀ ਤਾਂ ਕੋਈ ਗੱਲ ਹੋਣੀ ਨਹੀਂ ਚਾਹੀਦੀ। ਸ਼ਬਾਨਾ ਆਜ਼ਮੀ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਵੀ ਦਿੱਤਾ, ਪਰ ਇਹ ਸਿਆਸਤ ਇਸ ਕਰਕੇ ਸ਼ਾਇਦ ਅੱਗੇ ਵਧ ਰਹੀ ਆ ਤੇ ਹੁਣ ਸ਼ਿਵ ਸੈਨਾ ਨੇ ਵੀ ਇਹਨਾਂ ਨੂੰ ਘੇਰ ਲਿਆ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।